पंजाब सरकार दा चेहरा मोहरा बदलदियां ही ਜਿਹੜੇ कथित घपले ਹੋਏ ਸੀ ਉਹਨਾਂ ਨੂੰ ਲੈ ਕੇ ਜਿਹੜੀਆਂ ਚਿੱਠੀਆਂ ਫਾਈਲਾਂ ਦੇ ਵਿੱਚ ਦੱਬੀਆਂ ਪਈਆਂ ਸੀ ਉਹ ਅਚਾਨਕ ਪ੍ਰਗਟ ਹੋ ਰਹੀਆਂ ਨੇ। ਮਹਾਲੀ ਸਥਿਤ JCT ਕੰਪਨੀ ਦੀ ਜ਼ਮੀਨ ਜਿਹੜੀ ਪਲਾਟ ਨੰਬਰ 32 ਸੈਂਟਰ ਸਰਕਾਰ ਵੱਲੋਂ ਭੇਜਿਆ ਗਿਆ 25 ਮਈ 2021 ਨੂੰ ਲੈਟਰ ਜਿਹੜਾ ਫਾਈਲਾਂ ਦੇ ਵਿੱਚ ਦਬਾਇਆ ਗਿਆ ਸੀ ਉਹ ਜਗਜ਼ਾਰ ਹੋ ਰਿਹਾ ਹੈ। ਕੌਡੀਆਂ ਦੇ ਭਾਅ ਜਿਹੜੀ ਜ਼ਮੀਨ ਸਰਕਾਰ ਨੇ ਵੇਚੀ ਉਹ ਪੂਰਾ ਮਾਜਰਾ ਕੀ ਆ। ਲਾਭਪਾਤਰੀ ਕੰਪਨੀ GRG ਡਿਵੈਲਪਰ ਐਂਡ ਪ੍ਰਮੋਟਰ LLP ਦੀ ਸਰਕਾਰ ਨੇ ਜਦ ਜ਼ਮੀਨ ਸਿੰਗਲ ਬੋਲੀ ਰਾਹੀਂ ਵੇਚੀ ਉਹਦੀ ਕੋਈ ਹਿਸਟਰੀ ਨਹੀਂ ਦੇਖੀ। 31 ਏਕੜ ਜ਼ਮੀਨ ਦਾ ਮੁੱਲ 90 ਕਰੋੜ ਰੁਪਏ, ਮਤਲਬ ਜੇ ਤਕਸੀਮ ਕੀਤੀ ਜਾਵੇ ਤਾਂ 5-6 ਹਜ਼ਾਰ ਰੁਪਏ ਗਜ ਰੇਟ ਬਣਦਾ। ਇਹ ਰੇਟ ਤਾਂ ਪੰਜਾਬ ਦੇ ਪਛੜੇ ਤੋਂ ਪਛੜੇ ਪਿੰਡ ਦੇ ਵਿੱਚ ਵੀ ਇਸ ਭਾਅ ਦੇ ਨਾਲ ਜ਼ਮੀਨ ਨਹੀਂ ਅੱਜ ਮਿਲਦੀ। ਇਹੋ ਜ਼ਮੀਨ ਸਾਲ 2012 ਦੇ ਵਿੱਚ ਸਰਕਾਰ ਨੂੰ 31 ਏਕੜ ਜ਼ਮੀਨ ਬਦਲੇ 180 ਕਰੋੜ ਰੁਪਇਆ ਮਿਲਦਾ ਸੀ। ਤੇ ਮਤਲਬ 8 ਸਾਲ ਬਾਅਦ ਉਹ 180 ਕਰੋੜ ਦੀ ਬਜਾਏ ਸਰਕਾਰ 90 ਕਰੋੜ ਰੁਪਏ ਚ ਵੇਚ ਰਹੀ ਹੈ। ਤੇ ਜੇ ਕੰਪਨੀ ਨੇ ਜਿਹੜਾ ਰੇਟ ਕੱਢਿਆ 38000 ਪਰ ਗਜ, ਉਹਨੂੰ 4000 ਦੇ ਨਾਲ ਗੁਣਾ ਕਰ ਲਈਏ ਤਾਂ 15 ਕਰੋੜ 20 ਲੱਖ ਰੁਪਏ ਦਾ ਕਿੱਲਾ ਬਣਦਾ। ਮਤਲਬ ਇੱਕ ਕਿੱਲੇ ਦੇ ਵਿੱਚ ਸਰਕਾਰ ਨੂੰ 13 ਕਰੋੜ ਰੁਪਏ ਦਾ ਘਾਟਾ ਕਹਿ ਸਕਦੇ ਤੇ ਕੰਪਨੀ ਨੂੰ 13 ਕਰੋੜ ਦਾ ਮੁਨਾਫਾ। ਤੇ ਜੇ 31 ਏਕੜ ਨੂੰ 13 ਕਰੋੜ ਦੇ ਨਾਲ ਗੁਣਾ ਕਰ ਲਈਏ ਤਾਂ ਲਗਭਗ 403 ਕਰੋੜ ਰੁਪਏ ਦਾ ਕੰਪਨੀ ਮੁਨਾਫੇ ਦੇ ਵਿੱਚ। ਤੁਸੀਂ ਦੇਖ ਰਹੇ ਹੋ ਦਾ ਸਮਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ। ਗੱਲ ਅਸੀਂ ਪੰਜਾਬ ਸਰਕਾਰ ਦੀ ਕਰਾਂਗੇ। ਹਾਲਾਂਕਿ ਮਸਲਾ ਪੁਰਾਣਾ, ਲੇਕਿਨ ਜਿਹੜੀ ਸਾਨੂੰ ਚਿੱਠੀ ਇੱਕ ਵਾਇਰਲ ਹੋਈ ਮਿਲੀ ਆ ਉਹ ਚਿੱਠੀ ਤੁਹਾਨੂੰ ਜ਼ਰੂਰ ਪੜ੍ਹ ਕੇ ਸੁਣਾਵਾਂਗੇ। ਉਹ ਚਿੱਠੀ ED ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ਭਾਰਤ ਸਰਕਾਰ ਦਾ ਮੰਤਰਾਲਾ, ਉਹ ਚਿੱਠੀ 25 ਮਈ ਨੂੰ ਪੰਜਾਬ ਸਰਕਾਰ ਨੂੰ ਭੇਜੀ ਜਾਂਦੀ ਆ। ਕਿਉਂ ਭੇਜੀ ਜਾਂਦੀ ਆ? ਇਸ ਕਰਕੇ ਕਿ ਮਹਾਲੀ ਦੇ ਵਿੱਚ 31 ਏਕੜ ਜ਼ਮੀਨ ਸਰਕਾਰ ਨੇ ਵੇਚੀ ਸੀ ਮਹਿਜ਼ 90 ਕਰੋੜ ਦੇ ਵਿੱਚ। JCT ਇੱਕ ਸਰਕਾਰ ਦੇ ਨਾਲ ਜਿਹਨੂੰ ਆਪਾਂ ਸੈਮੀ ਗੌਰਮੈਂਟ ਕੰਪਨੀ ਕਹਿ ਸਕਦੇ, ਉਹਦੀ ਜ਼ਮੀਨ ਸੀ। ਇੰਡਸਟਰੀਅਲ ਏਰੀਆ ਫੇਸ 8 ਪਲਾਟ ਨੰਬਰ 32 ਤੇ 31 ਏਕੜ ਜ਼ਮੀਨ। ਉਹ 31 ਏਕੜ ਜ਼ਮੀਨ ਸਰਕਾਰ ਨੇ ਵੇਚਤੀ ਸੀ। ਸਰਕਾਰ ਦੇ ਅਧਿਕਾਰੀਆਂ ਤੇ ਸਰਕਾਰ ਦੇ ਕਈ ਵੱਡੇ ਰਾਜਸੀ ਨੇਤਾ ਉੱਤੇ ਵੀ ਇਲਜ਼ਾਮ ਲੱਗੇ ਸਨ। ਸਪਸ਼ਟੀਕਰਨ ਵੀ ਹੋਏ ਨੇ, ਲੇਕਿਨ ਮਸਲਾ ਇੱਕ ਵਾਰ ਫਿਰ ਉੱਠਿਆ ਕਿਉਂਕਿ ਸਰਕਾਰ ਦੀ ਸੂਰਤ ਬਦਲ ਗਈ ਆ। ਸੀਰਤਾਂ ਬਦਲ ਲੀਆਂ ਜਾਂ ਨਹੀਂ ਬਦਲ ਗਈਆਂ ਇਹ ਤੇ ਅਸੀਂ ਗਰੰਟੀ ਨਹੀਂ ਦੇ ਸਕਦੇ, ਪਰ ਸੂਰਤਾਂ ਬਦਲ ਦੇ ਨਾਲ ਚਿੱਠੀਆਂ ਜਿਹੜੀਆਂ ਦੱਬੀਆਂ ਸੀ ਫਾਈਲਾਂ ਦੇ ਵਿੱਚ ਉਹ ਅਚਾਨਕ ਬਾਹਰ ਨਿਕਲੀਆਂ ਸ਼ੁਰੂ ਹੋ ਚੁੱਕੀਆਂ ਨੇ। JCT ਦੀ 31 ਏਕੜ ਜਿਹੜੀ ਜ਼ਮੀਨ ਆ 90 ਕਰੋੜ 'ਚ ਵੇਚੀ ਗਈ। ਉਹਨੂੰ ਲੈ ਕੇ ED ਨੇ 25 ਜਨਵਰੀ 2021 ਨੂੰ ਇੱਕ ਲੈਟਰ ਕੱਢਿਆ ਸੀ। ਉਹ ਲੈਟਰ ਵੀ ਤੁਹਾਨੂੰ ਦਿਖਾਵਾਂਗੇ। ਉਹਦੇ 'ਚ ED ਵੱਲੋਂ ਜਿਹੜੇ ਮੰਗੇ ਗਏ ਨੇ ਕੰਪਨੀ ਜਿਹੜੀ GRG ਡਿਵੈਲਪਰ ਐਂਡ ਪ੍ਰਮੋਟਰਸ LLP ਐਂਡ ਅਦਰਸ, ਇਹਦੇ ਕੋਲ ਸਬਜੈਕਟ ਹੈ ਜੀ। ਤੇ ਜਿਹੜੀ ED ਨੇ ਦਾ ਮੈਨੇਜਿੰਗ ਡਾਇਰੈਕਟਰ ਨੇ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ, ਜਿਹਨੂੰ PSIEC ਕਹਿੰਦੇ ਨੇ, ਇਹਦੇ ਕੋਲ ਜਾਣਕਾਰੀ ਮੰਗੀ ਸੀ ਇਨਕੁਆਇਰੀ ਦੇ ਤਹਿਤ ਕਿ ਜਿਹੜੀ ਮਹਾਲੀ ਦੇ ਪਲਾਟ ਨੰਬਰ 32 ਇੰਡਸਟਰੀਅਲ ਫੇਸ 8 'ਚ 31 ਏਕੜ ਜ਼ਮੀਨ ਦਿੱਤੀ ਗਈ ਆ ਉਹਦੇ ਸਬੰਧ ਦੇ ਵਿੱਚ ਕਿ ਇਹ ਜਿਹੜੀਆਂ ਡਾਕੂਮੈਂਟ ਆ ਪੂਰੇ ਦੇ ਪੂਰੇ ਇਹ ਸਾਨੂੰ ਪ੍ਰੋਵਾਈਡ ਕਰਵਾਏ ਜਾਣ। ਜਿਹੜੀ
ਸਰਕਾਰ ਨੇ 90 ਸਾਲਾਂ ਵਾਸਤੇ ਲੀਜ਼ ਡੀਡ 16/7/1987 ਜਿਹੜੀ ਐਗਜ਼ੀਕਿਊਟਡ ਹੋਈ ਸੀ ਬਿਟਵੀਨ PSIEC ਤੇ ਪੰਜਾਬ ਇਨਫੋਟੈਕ ਦੇ ਅਤੇ JCD ਇਲੈਕਟ੍ਰੋਨਿਕਸ, ਇਹਨਾਂ ਦਾ ਜਿਹੜਾ ਆਪਸੀ ਹੈਗਾ ਸੀ 90 ਸਾਲਾ ਲੀਜ਼ ਤੇ 16/7/1987 ਨੂੰ ਡੀਡ ਹੋਈ ਸੀ, ਉਹ ਕਾਪੀ ਦਿੱਤੀ ਜਾਵੇ। ਨਾਲ ਦੇ ਨਾਲ ਕਾਪੀ ਆਫ ਐਗਰੀਮੈਂਟ ਮਿਨਟ ਆਫ ਮੀਟਿੰਗ ਜਿਹੜੇ PSIEC ਵੱਲੋਂ ਤੇ ਪੰਜਾਬ ਇਨਫੋਟੈਕ ਦੀ ਜਿਹੜੀ ਮੀਟਿੰਗ ਹੋਈ ਸੀ ਵਿਦ ਦੀ ਏਅਰਸਲੈਂਡ PSIEC ਤੇ ਜਿਹੜਾ ਕੰਪਨੀ ਜਿਹਨੂੰ ਮਿਲਿਆ ਹੈਗਾ GRG ਡਿਵੈਲਪਰ ਐਂਡ ਪ੍ਰਮੋਟਰਸ LLP, ਇਹਨਾਂ ਦੇ ਨਾਲ ਡਿਟੇਲ ਆਫ ਪੇਮੈਂਟ ਇਨਕਲੂਡਿੰਗ ਬੈਂਕ ਅਕਾਊਂਟਸ ਡਿਟੇਲ ਰਿਸੀਵਡ ਜਿਹੜੀ ਬਾਏ PSIEC ਫਰੋਮ ਦਾ ਜਿਹੜੀ ਕੰਪਨੀ ਕੋ ਚੈੱਕ ਲਈ ਪੇਮੈਂਟ ਲਈ ਆ GRG ਡਿਵੈਲਪਰ ਐਂਡ ਪ੍ਰਮੋਟਰਸ LLPs। ਇਹ ਮਸਲਾ, ਇਹ ਚਿੱਠੀ ਜਿਹੜੀ ਜਨਤਕ ਹੋਈ ਆ ਕਿ ED ਦੀ ਜਿਹੜੀ ਚਿੱਠੀ ਦੱਬੀ ਗਈ। ਹਾਲਾਂਕਿ ਮਸਲਾ ਅਸੀਂ ਪਹਿਲਾਂ ਦੱਸਿਆ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ, ਹਾਈ ਕੋਰਟ 'ਚ ਵੀ ਕਿਸੇ ਨੇ ਪਟੀਸ਼ਨ ਪਾਈ ਆ ਕਿ ਐਡਾ ਵੱਡਾ ਕਥਿਤ ਘਪਲਾ ਕਿ 31 ਏਕੜ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਏਅਰਪੋਰਟ ਰੋਡ ਨਿਕਲਦਾ ਹੋਵੇ ਤੇ ਉੱਥੇ 31 ਏਕੜ ਜ਼ਮੀਨ ਮਹਿਜ਼ 90 ਕਰੋੜ 'ਚ ਇਹ ਏਡਾ ਵੱਡਾ ਤੋਹਫਾ ਕਿਉਂ ਦਿੱਤਾ ਗਿਆ? ਕੀ ਵਜ੍ਹਾ ਸਰਕਾਰ ਦੀ ਕਿ ਜਿੱਥੋਂ ਸਰਕਾਰ 500-700 ਕਰੋੜ ਰੁਪਈਆ ਕਮਾ ਸਕਦੀ ਆ ਉੱਥੇ 90 ਕਰੋੜ ਕਿਉਂ? ਇਸੇ ਕਰਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੋਟਿਸ ਦਿੱਤਾ ਪੰਜਾਬ ਸਰਕਾਰ ਨੂੰ ਵੀ, CBI ਨੂੰ ਵੀ, ਇਹ ਜਿਹੜਾ PSIEC ਨੂੰ ਵੀ। ਔਰ ਜਦੋਂ ਮਸਲਾ ਪੂਰਾ ਜਨਤਕ ਹੁੰਦਾ ਤੇ ਉਦੋਂ ਜਿਹੜੇ ਪੰਜਾਬ ਦੇ ਐਡਵੋਕੇਟ ਅਤੁਲ ਨੰਦਾ ਜੀ ਰਹਿ ਚੁੱਕੇ ਨੇ, ਜਿਨ੍ਹਾਂ ਅਸਤੀਫਾ ਦੇ ਦਿੱਤਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਉਹਨਾਂ ਨੇ ਖੁਦ ਮੰਨਿਆ ਸੀ ਕਿ ਜਿਹੜੀ ਉਹਨਾਂ ਨੇ ਆਪਣੀ ਰਾਏ ਦਿੱਤੀ ਸੀ ਸਰਕਾਰ ਨੂੰ ਕਿ ਘੱਟੋ ਘੱਟ ਉਹਨਾਂ ਨੇ ਮੰਨਿਆ ਕਿ 120 ਕਰੋੜ ਰੁਪਏ ਦਾ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ। ਹੁਣ ਹਾਈ ਕੋਰਟ ਕੀ ਨਿਬੇੜਾ ਕਰਦੀ ਆ ਆਉਣ ਵਾਲੇ ਸਮੇਂ 'ਚ ਸਪਸ਼ਟ ਹੋ ਜਾਏਗਾ। ਲੇਕਿਨ ਅਸੀਂ ਜਿਹੜੀਆਂ ਖੁਲਾਸੇ ਕਰਾਂਗੇ, ਜਿਹੜਾ ਤੁਹਾਨੂੰ ਜ਼ਿਕਰ ਕਰਾਂਗੇ ਕਿ 25 ਮਈ 2021 ਨੂੰ ਜਿਹੜਾ ਨੋਟਿਸ ਆ ਉਸ 'ਤੇ ਹਾਈ ਕੋਰਟ ਜਾਣ ਤੋਂ ਪਹਿਲਾਂ ਸਰਕਾਰ ਨੇ ਕੀ ਕਾਰਵਾਈ ਕੀਤੀ ਹੈਗੀ। ਔਰ ਦੂਜਾ ਕਿ ਅਗਰ ਮੋਹਾਲੀ ਸਿਟੀ ਦੀ ਗੱਲ ਕੀਤੀ ਜਾਵੇ, ਅਸੀਂ ਕਿਸੇ ਪਿੰਡ ਦੀ ਗੱਲ ਨਹੀਂ ਕਰ ਰਹੇ, ਜਾਂ ਅਸੀਂ ਕਹਿ ਸਕਦੇ ਹੋ ਕਿ ਬਿਲਕੁਲ ਬਠਿੰਡਾ ਇਲਾਕੇ ਦੇ ਜਿਹੜੇ ਦੂਰ ਪਿੰਡ ਜਿਹੜੇ ਰਾਜਸਥਾਨ ਨਾਲ ਟੱਚ ਹੁੰਦੇ, ਜਾਂ ਫਿਰ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਟੱਚ ਹੁੰਦੇ ਨੇ ਪਾਕਿਸਤਾਨ ਨਾਲ, ਜਾਂ ਫਿਰ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਪਿੰਡ ਜਿਹੜੇ ਜਾ ਕੇ ਪਾਕਿਸਤਾਨ ਟੱਚ, ਅਸੀਂ ਉਹਨਾਂ ਜ਼ਿਲ੍ਹਿਆਂ ਦੀ ਜਾਂ ਕਸਬਿਆਂ ਦੀ ਨਹੀਂ ਗੱਲ ਕਰਦੇ, ਅਸੀਂ ਤਾਂ ਮੋਹਾਲੀ ਦੀ ਗੱਲ ਕਰਦੇ ਹਾਂ। ਚੰਡੀਗੜ੍ਹ ਦੇ ਨਾਲ ਸ਼ਹਿਰ, ਇੰਟਰਨੈਸ਼ਨਲ ਏਅਰਪੋਰਟ, ਤੇ ਉੱਥੇ 31 ਏਕੜ ਜ਼ਮੀਨ 90 ਕਰੋੜ 'ਚ ਦੇਣੀ, ਇਹ ਗੱਲ ਪਚਦੀ ਨਹੀਂ, ਕਿਉਂਕਿ ਇਹੋ ਜ਼ਮੀਨ ਦਾ ਭਾਅ ਸਰਕਾਰ ਨੂੰ 8 ਸਾਲ ਪਹਿਲਾਂ 180 ਕਰੋੜ 'ਚ ਮਿਲਦਾ ਸੀ। ਸਰਕਾਰ ਨੇ ਇਹ ਵੀ ਜਿਹੜੀ ਲਾਭਪਾਤਰੀ ਕੰਪਨੀ ਆ GRG ਡਿਵੈਲਪਰ ਐਂਡ ਪ੍ਰਮੋਟਰ LLP ਦੀ ਜਿਹੜੀ ਸੂਤਰ ਦੱਸ ਰਹੇ ਨੇ, ਕੋਈ ਪਿਛਲੀ ਹਿਸਟਰੀ ਨਹੀਂ ਦੇਖੀ। ਕਿਉਂ ਨਹੀਂ ਦੇਖੀ? ਕਿਉਂ ਜਿਹੜੀ ਕੰਪਨੀ ਆ ਉਹ ਕੰਪਨੀ ਦੇ ਸਬੰਧ ਸਰਕਾਰ ਦੇ ਬਹੁਤ ਹੀ ਉੱਚੇ ਅਧਿਕਾਰੀਆਂ ਦੇ ਨਾਲ ਤੇ ਬਹੁਤ ਹੀ ਵੱਡੇ ਰਾਜਸੀ ਲੋਕਾਂ ਦੇ ਨਾਲ ਸੀ। ਇਸ ਕਰਕੇ ਹਿਸਟਰੀ ਨਹੀਂ ਦੇਖੀ ਕਿ ਸਿਆਣੇ ਕਹਿੰਦੇ ਨੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਤੇ ਸ਼ਾਇਦ ਇਸ ਕਰਕੇ ਹਿਸਟਰੀ ਨਾ ਦੇਖੀ ਹੋਵੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਅਸੀਂ 31 ਏਕੜ ਜ਼ਮੀਨ ਤੇ ਜਿਹੜਾ ਮੁੱਲ 90 ਕਰੋੜ ਪਾਇਆ ਉਹਨੂੰ ਤਕਸੀਮ ਕਰੀਏ ਤੇ 5 ਤੋਂ 6,000 ਰੁਪਏ ਗੱਜ ਬਣਦਾ। ਹੁਣ 5-6,000 ਗੱਜ ਕਿਸੇ ਵੀ ਪਿੰਡ ਦੇ ਵਿੱਚ, ਕਿਸੇ ਵੀ ਪਿੰਡ 'ਚ, ਪਛੜੇ ਤੋਂ ਪਛੜੇ ਪਿੰਡ ਦੇ ਵਿੱਚ ਵੀ ਇੰਨਾ ਰੇਟ ਨਹੀਂ ਆ। 1.5 ਲੱਖ ਤੋਂ ਜ਼ਿਆਦਾ ਰੇਟ ਬਣਦਾ ਹੈਗਾ। ਪਰ ਇਹ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ, ਔਰ ਮੋਹਾਲੀ ਵਰਗੇ ਸ਼ਹਿਰ 'ਚ ਖੁਦ ਅਗਰ ਸਰਕਾਰ ਨੇ ਪਿੱਛੇ ਜੇ ਨਿਊ ਚੰਡੀਗੜ੍ਹ ਦੇ ਵਿੱਚ ਰੇਟ ਕੱਢਿਆ ਸੀ ਰਿਹਾਇਸ਼ੀ ਪਲਾਟਾਂ ਵਾਸਤੇ, ਤੇ ਉਹ 25,000 ਗੱਜ ਕੱਢਿਆ ਸੀ, ਤੇ ਇੱਥੇ 5 ਤੋਂ ਲੈ ਕੇ 6,000 ਗੱਜ ਦੇ ਵਿੱਚ ਕੱਢਿਆ। ਅੱਛਾ, ਕੰਪਨੀ ਨੇ ਵੀ, ਉਹ ਵੀ ਤੁਹਾਨੂੰ ਜ਼ਿਕਰ ਕਰਾਂਗੇ ਕਿ ਗਾਂ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਪਲਾਟ ਸਾਈਜ਼ 500, 1000, 1500, 1700 ਗੱਜ ਰਿਹਾਇਸ਼ੀ ਪਲਾਟ ਜਾਂ ਕਮਰਸ਼ੀਅਲ ਪਲਾਟ ਜਿਵੇਂ ਹੋਟਲ, ਹਸਪਤਾਲਾਂ ਵਾਸਤੇ ਜਗ੍ਹਾ ਜਾਂ ਮਲਟੀਨੈਸ਼ਨਲ ਕੰਪਨੀਆਂ ਵਾਸਤੇ ਉਹਨਾਂ ਜਗ੍ਹਾ ਰੱਖੀ ਸੀ। ਤੁਹਾਨੂੰ ਅੱਗੇ ਵੀ ਝਾਤੀ ਮਰਵਾਵਾਂਗੇ, ਹੋਰ ਵੀ ਡਿਟੇਲ ਦੱਸਾਂਗੇ। ਪਹਿਲਾਂ ਉਹ ਜਗ੍ਹਾ ਦੇਖ ਲਓ ਵੀ ਉਹ ਜਗ੍ਹਾ ਕਿੱਥੇ ਆ। ਜਿੱਥੇ ਜਗ੍ਹਾ ਤੁਹਾਨੂੰ ਦਿਖਾ ਰਹੇ ਇਸ ਟਾਈਮ
ਉੱਥੇ ਘਾਹ ਹੀ ਘਾਹ ਫੂਸ ਆ। ਲੇਕਿਨ ਜੇ ਮਸਲਾ ਨਾ ਜਨਤਕ ਹੁੰਦਾ, ਹਾਈ ਕੋਰਟ ਦੇ ਨਾਲ ਜਾਂਦਾ, ਤੇ ਲਾਜ਼ਮੀ ਤੌਰ ਤੇ 1-2 ਮਹੀਨਿਆਂ ਦੇ ਵਿੱਚ ਉੱਥੇ ਆਲੀਸ਼ਾਨ ਉੱਥੇ ਕੋਠੀਆਂ ਮਹਿਲ ਬਣ ਜਾਣੇ ਸੀ। ਨਾਲ ਦੀ ਨਾਲ ਇੱਕ ਪਾਸੇ ਹਸਪਤਾਲ ਜਾਂ ਹੋਟਲ ਵੀ ਬਣ ਜਾਣੇ ਸੀ, ਜਾਂ ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਦਫ਼ਤਰ ਬਣ ਜਾਣੇ ਸੀ। ਉਸ ਜਗ੍ਹਾ ਦਾ ਦੌਰਾ ਮੁਆਇਨਾ ਕੀਤਾ ਨਹੀਂ ਸਾਡੇ ਸਹਿਯੋਗੀ ਸੰਦੀਪ ਸਿੰਘ ਲਾਧੂਕੇ ਨੇ। ਉਹ ਤੁਹਾਨੂੰ ਪੂਰੀ ਜ਼ਮੀਨ ਦਿਖਾ ਰਹੇ ਨੇ ਕਿ ਪੂਰਾ ਏਰੀਆ ਕੀ ਆ ਤੇ ਮਸਲਾ ਕੀ ਆ। ਇਸ ਵਕਤ ਅਸੀਂ ਖੜੇ ਹਾਂ ਉਸ ਥਾਂ ਦੇ ਉੱਤੇ ਜਿਸ ਦਾ ਕਰੋੜਾਂ ਦੇ ਘੁਟਾਲੇ ਦਾ ਰੌਲਾ ਪੈ ਰਿਹਾ। ਖਾਸ ਕਰਕੇ ਇਸ ਪਲਾਟ ਨੰਬਰ ਦਾ ਨਾਮ ਦਸੀਏ ਤਾਂ ਇਹ ਪਲਾਟ ਹੈ A32 ਫੇਜ਼ ਨੰਬਰ 8 ਮੋਹਾਲੀ ਦੀ ਇਹ ਜਗ੍ਹਾ ਹੈ, ਜਿਹੜੀ ਅਸੀਂ ਤਸਵੀਰ ਦੇ ਰਾਹੀਂ ਗਰਾਊਂਡ ਦੇ ਉੱਤੋਂ ਦਿਖਾਉਣ ਦੀ ਕੋਸ਼ਿਸ਼ ਤੁਹਾਨੂੰ ਕਰ ਰਹੇ ਹਾਂ। ਇਹ ਇੱਕ ਬਹੁਤ ਵੱਡਾ ਕਥਿਤ ਤੌਰ ਦੇ ਉੱਤੇ ਘੁਟਾਲਾ ਮੰਨਿਆ ਜਾ ਰਿਹਾ ਹੈ ਕਿ ਇਹ ਘੁਟਾਲਾ ਆਖਰਕਾਰ ਕਿਉਂ ਕੀਤਾ ਗਿਆ, ਕਿਹੜੀ ਉਸ ਨਿੱਜੀ ਕੰਪਨੀ ਨੂੰ ਫਾਇਦਾ ਪਹੁੰਚਾਇਆ ਗਿਆ। JCT ਦੀ ਇਹ ਉਹ ਥਾਂ ਹੈ ਜਿੱਥੇ 90 ਕਰੋੜ ਦੀ ਅਦਾਇਗੀ ਹੈ ਜਿਹੜੀ ਸਰਕਾਰ ਨੂੰ ਹੁੰਦੀ, ਸਰਕਾਰ ਵੱਲੋਂ ਵੇਚੀ ਜਾਂਦੀ ਹੈ ਇਹ ਜ਼ਮੀਨ ਇੱਕ GRG ਨਾਂ ਦੀ ਕੰਪਨੀ ਦੇ ਵੱਲੋਂ। 90 ਕਰੋੜ ਦੀ ਜਿਹੜੀ ਇਹ ਥਾਂ ਹੈ ਉਸ ਕੰਪਨੀ ਨੂੰ ਵੇਚੀ ਜਾਂਦੀ ਹੈ ਜਿਸ ਦਾ ਕੋਈ ਪਿਛੋਕੜ, ਕੋਈ ਜ਼ਿਆਦਾ ਵੱਡਾ ਰਿਕਾਰਡ ਨਹੀਂ ਹੈ, ਉਸ ਦੇ ਕੋਲੋਂ ਰਿਕਾਰਡ ਨਹੀਂ ਮੰਗਿਆ ਜਾਂਦਾ। 2012 ਦੇ ਵਿੱਚ ਵੀ ਇੱਕ ਵਾਰੀ ਇਸੇ ਹੀ ਥਾਂ ਦਾ, ਇਸੇ ਹੀ ਪਲਾਟ ਦਾ 31 ਏਕੜ ਦੇ ਪਲਾਟ ਦਾ 180 ਕਰੋੜ ਰੁਪਈਆ ਲੱਗਿਆ ਸੀ, ਪਰ ਉਸ ਵੇਲੇ ਇਹ ਜਗ੍ਹਾ ਨਹੀਂ ਵੇਚੀ ਗਈ। ਪਰ ਇਸ ਸਰਕਾਰ ਦੇ ਦੌਰਾਨ ਜਦੋਂ ਇਸ ਜਗ੍ਹਾ ਨੂੰ ਵੇਚਿਆ ਗਿਆ 31 ਏਕੜ ਦਾ ਇਹ ਪਲਾਟ, ਇਹ ਸਿਰਫ 90 ਕਰੋੜ ਰੁਪਏ ਦਾ ਵੇਚਿਆ ਗਿਆ। ਹਾਲਾਂਕਿ ਉਸ ਦੌਰ ਦੇ ਹਿਸਾਬ ਨਾਲ ਹੁਣ ਤੱਕ ਇਸ ਦਾ ਰੇਟ ਹੋਰ ਵਧਣਾ ਚਾਹੀਦਾ ਸੀ, ਕਿਉਂਕਿ ਏਅਰਪੋਰਟ ਰੋਡ ਬਣਨ ਤੋਂ ਬਾਅਦ ਜਿੱਥੇ ਹੀ ਆਸੇ-ਪਾਸੇ ਦੀਆਂ ਥਾਵਾਂ ਦੇ ਰੇਟ ਵਧੇ ਨੇ, ਤਾਂ ਪਰ ਹੈਰਾਨੀਜਨਕ ਖੁਲਾਸਾ ਇਹ ਹੋਇਆ, ਇਸ ਤੋਂ ਪਹਿਲਾਂ ਵੀ ਸੁਰਖੀਆਂ ਜ਼ਰੂਰ ਬਣੀਆਂ, ਪਰ ਸਭ ਤੋਂ ਵੱਡੀ ਗੱਲ ਇਹ ਇਸ ਵਿੱਚ ਨਿਕਲ ਕੇ ਆਈ ਹੈ ਕਿ ਇੱਕ ED ਦਾ ਨੋਟਿਸ ਹਾਈ ਕੋਰਟ ਤੱਕ ਵੀ ਮਾਮਲਾ ਪੁੱਜਿਆ, ਪਟੀਸ਼ਨਾਂ ਵੀ ਪਾਈਆਂ ਗਈਆਂ ਨੇ, ਪਰ ਇੱਕ ED ਦਾ ਨੋਟਿਸ ਜਿਹੜਾ ਇਸੇ ਸਰਕਾਰ ਦੌਰਾਨ ਕੱਢਿਆ ਗਿਆ ਸੀ, ਉਹ ਫਾਈਲਾਂ ਦੇ ਵਿੱਚ ਦੱਬਿਆ ਪਿਆ ਸੀ। ਉਹ ਨਵੇਂ ਬਣੇ CM ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਦੌਰਾਨ ਪਹਿਲੇ ਦਿਨ ਹੀ ਇੱਕ ਅਜਿਹੀ ਕਾਰਵਾਈ ਹੋ ਜਾਂਦੀ ਹੈ ਕਿ ਉਹ ਨੋਟਿਸ ਬਾਹਰ ਆ ਜਾਂਦਾ। ED ਦਾ ਨੋਟਿਸ ਜਿਹੜਾ ਭੇਜਿਆ ਗਿਆ, ਇਸ ਦੇ ਵਿੱਚ ਵੱਡੇ ਉੱਚ ਅਧਿਕਾਰੀ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਕੰਪਨੀ ਨੂੰ ਫਾਇਦਾ ਪਹੁੰਚਾਇਆ ਗਿਆ ਉਸ ਦੇ ਨਾਲ ਉਹ ਸੰਬੰਧ ਨੇ, ਰਿਸ਼ਤੇਦਾਰੀਆਂ ਨੇ, ਆਖਰਕਾਰ ਕਿਹੜੇ ਉਸ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ। ਸਰਕਾਰ ਦੇ ਮੰਤਰੀ ਸ਼ਾਮ ਸੁੰਦਰ ਅਰੋੜਾ ਦਾ ਨਾਮ ਵੀ ਇਸ ਵਿੱਚ ਸ਼ਾਮਲ ਹੋ ਸਕਦਾ ਹੈ, ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਮਹਿਕਮੇ ਦੇ, ਇੰਡਸਟਰੀ ਦੇ ਉਹ ਮੰਤਰੀ ਵੀ ਨੇ। ਤੁਸੀਂ ਤਸਵੀਰ ਦੇਖ ਲਓ ਕਿ ਪਲਾਟ ਅੰਦਰ ਖਾਲੀ ਪਿਆ ਕਿਉਂਕਿ ਦਰਖਤ, ਰੁੱਖ, ਬੂਟੇ ਉੱਗ ਪਏ ਨੇ, ਅੰਦਰ ਕੁਝ ਵੀ ਨਹੀਂ ਚੱਲ ਰਿਹਾ। ਪਰ ਇਹ ਜਿਹੜੀ ਜਗ੍ਹਾ ਹੈ ਇਹ 5000 ਤੋਂ 6000 ਗਜ ਦੇ ਹਿਸਾਬ ਨਾਲ ਇਸ ਕੰਪਨੀ ਨੂੰ ਦੇ ਦਿੱਤੀ ਜਾਂਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਸਾਰੇ ਮਸਲੇ ਦੇ ਵਿੱਚ ਕਿ ਇਹੀ 5 ਤੋਂ 6000 ਗਜ ਦੇ ਹਿਸਾਬ ਨਾਲ ਪਲਾਟ ਖਰੀਦ ਕੇ ਕੰਪਨੀ ਥੋੜੇ ਹੀ ਸਮੇਂ ਦੇ ਅੰਦਰ 2020 ਤੋਂ 2021 ਦੇ ਅਰਸੇ ਦੇ ਦੌਰਾਨ 38000 ਗਜ ਦੇ ਹਿਸਾਬ ਨਾਲ ਪਲਾਟ ਅੱਗੇ ਵੇਚ ਦਿੰਦੀ ਹੈ। ਯਾਨੀ ਕਿ ਮਹਿਜ 90 ਕਰੋੜ ਦੀ 31 ਏਕੜ ਦੀ ਜ਼ਮੀਨ ਮੋਹਾਲੀ ਦੇ ਫੇਸ 8 ਦੇ ਪਲਾਟ ਨੰਬਰ A32 ਦੇ ਵਿੱਚੋਂ ਖਰੀਦ ਕੇ ਕੁਝ ਹੀ ਸਮੇਂ ਦੇ ਬਾਅਦ ਇਹ ਜ਼ਮੀਨ ਹੈ ਜਿਹੜੀ ਤਕਰੀਬਨ 465 ਕਰੋੜ ਤੋਂ ਵੱਧ ਰਾਸ਼ੀ ਦੇ ਨਾਲ ਅੱਗੇ ਵੇਚ ਦਿੱਤੀ ਜਾਂਦੀ ਹੈ। ਵੱਡਾ ਮੁਨਾਫਾ ਕਮਾਇਆ ਗਿਆ। ਸਰਕਾਰ ਨੇ ਕਿਉਂ ਖੁੱਲ੍ਹ ਦਿੱਤੀ, ਇਹ ਘੁਟਾਲਾ ਕਿਵੇਂ ਹੋਇਆ, ਇਸ ਦੀ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਸਰਕਾਰ ਨੂੰ ਕਰੋੜਾਂ ਦਾ ਘਾਟਾ ਕਿਸ ਨੇ ਪਾਇਆ, ਤਾਂ ਅਸੀਂ ਗਰਾਊਂਡ ਦੇ ਉੱਤੋਂ ਵੀ ਇਹ ਤਸਵੀਰ ਦਿਖਾਈ ਹੈ ਕਿ JCT ਇਲੈਕਟ੍ਰੋਨਿਕਸ ਵਾਲੀ ਇਹ ਥਾਂ ਪਲਾਟ ਨੰਬਰ A32 ਤੋਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿ ਇਸ ਪਲਾਟ ਦਾ ਕੀ ਹਾਲ ਹੈ ਔਰ ਇਸ ਨੂੰ ਘੱਟ ਰਾਸ਼ੀ ਦੇ ਵਿੱਚ ਕਿਉਂ ਵੇਚਿਆ ਜਾਂਦਾ ਹੈ ਕੰਪਨੀ ਨੂੰ, ਤੇ ਉਹ ਕੰਪਨੀ ਕਿਸ ਦੇ ਰਿਸ਼ਤੇਦਾਰਾਂ ਦੀ ਹੈ, ਕਿਉਂ ਫਾਇਦਾ ਪਹੁੰਚਾਇਆ ਗਿਆ, ਕਿਹੜੇ ਨਾਮ ਸ਼ਾਮਲ ਹੋਣਗੇ, ਕੀ ਨਵੇਂ ਬਣੇ CM ਚਰਨਜੀਤ ਸਿੰਘ ਚੰਨੀ ਐਕਸ਼ਨ ਲੈਣਗੇ, ਕੀ ਇਸ ਵੱਡੇ ਘੁਟਾਲੇ ਨੂੰ ਵੀ ਆਧਾਰ ਬਣਾ ਕੇ ਵੱਡੇ ਫੇਰ ਬਦਲ ਕੀਤੇ ਜਾ ਸਕਦੇ ਨੇ। ਅਸੀਂ ਇਸ ਗਰਾਊਂਡ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਐਡਾ ਵੱਡਾ ਘੁਟਾਲਾ ਕਿਉਂ ਕੀਤਾ ਗਿਆ ਤੇ ਇਸ ਦੇ ਉੱਤੇ ਕਾਰਵਾਈ ਕੀ ਕੀਤੀ ਜਾਵੇਗੀ। ਹੁਣ ਅਸੀਂ ਗੱਲ ਕਰਾਂਗੇ ਕਿ ਇਹ ਜਿਹੜੀ ਕੰਪਨੀ ਆ, ਇਹ ਜੋ ਸੂਤਰ ਦੱਸ ਰਹੇ ਨੇ ਸਰਕਾਰ ਦੇ 31 ਜਨਵਰੀ 2020 ਨੂੰ ਬਣੀ ਆ। ਅਗਲੇ ਹੀ ਮਹੀਨੇ ਮਤਲਬ 17 ਫਰਵਰੀ ਨੂੰ ਕੰਪਨੀ ਨੂੰ 31 ਏਕੜ ਜ਼ਮੀਨ 90 ਕਰੋੜ 'ਚ ਮਿਲ ਜਾਂਦੀ ਆ। ਔਰ ਉਹ ਦਿਨ ਨੇ ਜਦ ਪੂਰੀ ਦੁਨੀਆ ਦੇ ਵਿੱਚ ਕਰੋਨਾ ਫੈਲਿਆ ਹੋਇਆ, ਲੋਕੀ ਆਪਣੀਆਂ ਜ਼ਿੰਦਗੀਆਂ ਬਚਾ ਰਹੇ ਸਨ ਕਿ ਸਾਡੀ ਜ਼ਿੰਦਗੀ ਬਚ ਗਏ, ਘਰੋਂ ਬਾਹਰ ਨਿਕਲਣ ਲੋਕਾਂ ਤੋਂ ਹੋਇਆ। ਲੇਕਿਨ ਇਹ ਕੰਪਨੀ ਨੂੰ ਸਰਕਾਰ ਨੇ
ਮੇਰ ਹੀ ਕਰ ਦਿੱਤੀ ਹੈਗੀ। ਇਹ ਕੰਪਨੀ ਨੇ ਆਪਣੀ ਵੈਬਸਾਈਟ ਤੇ ਪਾਇਆ ਸੀ ਜੀ ਕਿ ਪਲਾਟ ਨੇ ਲੋਕੇਸ਼ਨ ਕੇ ਖੁਦ ਲਿਖਦੇ ਨੇ ਪ੍ਰਾਈਮ ਲੋਕੇਸ਼ਨ ਆ ਜੀ, ਪਲਾਟ ਸਾਈਜ਼ ਸਾਰਾ ਕੁਝ ਦੱਸਿਆ ਸੀ। ਲੇਕਿਨ ਹੁਣ ਜਿਹੜਾ ਮਸਲਾ ਵੱਡਾ ਹੋ ਗਿਆ ਕਿਉਂਕਿ ਸੂਰਤਾਂ ਬਦਲੀਆਂ ਜਾ ਚੁੱਕੇ ਨੇ, ਹੋਰ ਵੀ ਬਦਲਣੀਆਂ ਬਾਕੀ ਨੇ, ਪਰ ਕੁੱਲ ਮਿਲਾ ਕੇ ਕਹਿ ਸਕਦੇ ਕਿ ਇਹ ਜਿਹੜਾ ਕਥਿਤ ਘਪਲਾ ਉਹਨੂੰ ਲੈ ਕੇ ਇਹ ਵੱਡੀ ਗੱਲ ਹੋਈ ਆ ਕਿ ਈਡੀ ਦਾ ਇੱਕ ਲੈਟਰ ਅਚਾਨਕ ਪ੍ਰਗਟ ਹੋ ਜਾਂਦਾ ਹੈਗਾ। ਇਹ ਆਈਟਮ ਨੰਬਰ 32 ਆ, ਇੱਕ ਸਰਕਾਰੀ ਰਿਕਾਰਡ ਆ, ਉਹਦੇ 'ਚ ਸਭ ਕੁਝ ਲਿਖਿਆ ਹੈਗਾ ਕਿ ਏਜੰਡਾ ਆਈਟਮ ਵਾਜ਼ ਡਿਸਕਸ ਪਲਾਟ ਨੰਬਰ 32 ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਫੇਸ 8 ਮੋਹਾਲੀ ਲਗਭਗ 1,50,040 ਸਕੁਅਰ ਯਾਰਡ ਔਨ ਲੀਜ਼ ਹੋਲਡ ਬੇਸਿਸ ਫੋਰ 99 ਈਅਰ। ਫਿਰ ਅੱਗੇ ਲਿਖਿਆ ਗਿਆ ਜੀ ਕਿ GRG ਡਿਵੈਲਪਰਸ ਐਂਡ ਪ੍ਰਮੋਟਰ ਵਾਜ਼ ਡਿਕਲੇਅਰਡ ਦਾ ਸਕਸੈਸਫੁਲ ਬਿਡਰ ਐਟ ਦੀ ਬਿਡ ਅਮਾਊਂਟ ਆਫ 90,56,07,000 ਰੁਪਇਆ। ਪੂਰੀ ਦੀ ਪੂਰੀ ਸਰਕਾਰ, ਖਾਸ ਕਰਕੇ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਤੇ ਇਦਾਂ ਹੀ ਹੋਣਾ ਸਰਕਾਰ ਦਾ ਜਦ 31 ਏਕੜ ਜ਼ਮੀਨ ਤੁਸੀਂ 90 ਕਰੋੜ 'ਚ ਦਿਓਗੇ, ਖਜ਼ਾਨਾ ਤੇ ਖਾਲੀ ਹੋਏਗਾ ਹੀ। ਕਿ ਅਗਰ ਇਹੋ ਰੇਟ ਸਰਕਾਰ 25,000 ਗਜ ਦੇ ਨਾਲ ਵੀ ਰੇਟ ਕੱਢੇ ਤੇ ਲਾ ਲਓ 1 ਕਿੱਲੇ ਦੀ ਜਿਹੜੀ ਕੀਮਤ ਆ ਉਹ ਲਗਭਗ ਫਿਰ 15-16 ਕਰੋੜ ਰੁਪਏ ਬਣਦੀ ਹੈ। ਲੇਕਿਨ ਸਰਕਾਰ ਕਿੰਨੀ ਉਸ ਕੰਪਨੀ ਨੂੰ ਦੇ ਰਹੀ ਹੈ? 2 ਕਰੋੜ 40 ਲੱਖ। ਤੇ ਖਜ਼ਾਨਾ ਕਿਵੇਂ ਭਰੂਗਾ? ਤੇ ਇਸ ਕਰਕੇ ਵੱਡਾ ਮਸਲਾ, ਹਾਈ ਕੋਰਟ 'ਚ ਵੀ ਕੇਸ ਜਾ ਚੁੱਕਾ, ਅਕਤੂਬਰ 'ਚ ਫਿਰ ਸੁਣਵਾਈ ਹੋ ਸਕਦੀ ਆ। ਲੇਕਿਨ ਸਾਡਾ ਜਿਹੜਾ ਮਸਲਾ ਕਿ ਸਰਕਾਰ ਕਹਿੰਦੀ ਖਜ਼ਾਨਾ ਖਾਲੀ ਆ ਤੇ ਭਰੂ ਕੌਣ? ਜੇ ਇੱਦਾਂ ਦੇ ਕਥਲ ਘਪਲਿਆਂ ਦੇ ਵਿੱਚ ਸਰਕਾਰ ਦੇ ਅਧਿਕਾਰੀ ਤੋਂ ਨੁਮਾਇੰਦੇ, ਚੁਣੇ ਹੋਏ ਨੁਮਾਇੰਦੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਹੱਥ ਠੋਕੇ ਬਣਨਗੇ ਤੇ ਲਾਜ਼ਮੀ ਤੌਰ ਤੇ ਪੰਜਾਬ ਤੇ ਲੁੱਟਿਆ ਜਾਊਗਾ। ਪੰਜਾਬ ਨੂੰ ਬਚਾਊ ਕੌਣ? ਵਿਚਾਰਾ ਪੰਜਾਬ ਕਰੇ ਕੀ ਜਦ ਵਾੜ ਹੀ ਖੇਤ ਨੂੰ ਖਾਣ ਲੱਗ ਪਏ? ਤੇ ਫਿਰ ਭਲਾ ਕੌਣ ਕਰੂਗਾ? ਜਾਂ ਕਹਿ ਸਕਦੇ ਕਿ ਜੇ ਦੁੱਧ ਦੀ ਰਾਖੀ ਬਿੱਲੀ ਕਰੂਗੀ ਤੇ ਫਿਰ ਭਲਾ ਕਿਵੇਂ ਹੋ ਸਕਦਾ? ਤੇ ਕੁੱਲ ਮਿਲਾ ਕੇ ਇਹ ਈਡੀ ਦੀ ਜਿਹੜੀ ਚਿੱਠੀ ਆ ਉਹਨੇ ਇੱਕ ਧਮਾਕਾ ਕਰ ਦਿੱਤਾ ਗਾ ਕਿ ਅਰਬਾਂ ਦੀ ਜ਼ਮੀਨ, ਕੌਡੀਆਂ ਦੇ ਭਾਅ, ਈਡੀ ਦਾ ਨੋਟ ਤੇ ਸਰਕਾਰ ਕਿੱਥੇ ਰਹੀ? ਮੁੱਖ ਮੰਤਰੀ ਹੁਣ ਚਰਨਜੀਤ ਸਿੰਘ ਚੰਨੀ ਬਣ ਚੁੱਕੇ ਨੇ। ਸਵਾਲ ਇਹਨਾਂ ਕੋ ਵੀ ਹੋਣਗੇ ਕਿ ਜਿਹੜੇ ਪਿਛਲੇ ਕਥਿਤ ਘਪਲੇ ਹੋਏ ਨੇ ਜਾਂ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਜਿਹੜੇ ਮੰਤਰੀ ਸਨ, ਜਿਹੜੇ ਉਹਨਾਂ ਦੇ ਦੋਸ਼ ਲੱਗੇ ਨੇ ਜਾਂ ਕਥਿਤ ਦੋਸ਼ ਲੱਗੇ ਨੇ, ਉਹਨਾਂ ਦੀ ਤੇ ਜਵਾਬ ਸਪਸ਼ਟ ਕਿਉਂ ਨਹੀਂ ਆ? ਜੇ ਈਡੀ ਦੀ ਚਿੱਠੀ ਜਗਜ਼ਾਰ ਹੋਈ ਆ, ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈ ਚੁੱਕੀ ਆ, ਹਾਈ ਕੋਰਟ ਨੇ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, CBI ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈਗਾ, ਤੇ ਫਿਰ ਉਹ ਜਿਹੜੀ ਜ਼ਮੀਨ ਆ ਉਹ ਕਿਵੇਂ ਦਿੱਤੀ ਗਈ? ਕੌਣ ਨੇ ਦੋਸ਼ੀ? ਇਹ ਪੰਜਾਬ ਜਵਾਬ ਮੰਗੂਗਾ ਕਿ ਆਖਰ ਇਹ ਜਿਹੜੀ ਲੁੱਟ ਖਸੁੱਟ ਕਦੋਂ ਬੰਦ ਹੋਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਦਾ ਸਮਰ ਨਿਊਜ਼।